हेलो स्टूडेंट्स, हाउ आर यू? वेलकम टू योर बॉटनी ਲੈਕਚਰ। बेटा कल ਅਸੀਂ ਸਟਾਰਟ ਕੀਤਾ ਸੀ ਈਕੋਸਿਸਟਮ 'ਚ ਆਪਾਂ ਡੈਫੀਨੇਸ਼ਨ ਦੇਖ ਲਈ ਸੀਗੀ ਕਿ ਓਡਮ ਨੇ ਦਿੱਤੀ ਸੀਗੀ। ਕੀ ਹੁੰਦਾ ਈਕੋਸਿਸਟਮ? ਇੱਕ ਸਿਸਟਮ ਜਿਹੜਾ ਕਿ ਬਣਦਾ ਆ ਲਿਵਿੰਗ ਜਾਂ ਜਿਹਦੇ ਵਿੱਚ ਲਿਵਿੰਗ ਔਰ ਨਾਨ ਲਿਵਿੰਗ ਫੈਕਟਰਸ ਆਪਸ 'ਚ ਇੰਟਰੈਕਟ ਕਰਦੇ ਆ ਐਸ ਵੈਲ ਐਸ ਦੇ ਇੰਟਰੈਕਟ ਵਿਦ ਦੇਅਰ ਇਨਵਾਇਰਮੈਂਟ। ਉਹਨੂੰ ਅਸੀਂ ਕਹਿੰਦੇ ਹਾਂ ਈਕੋਸਿਸਟਮ। ਟੈਂਸਲੇ ਨੇ ਸਭ ਤੋਂ ਪਹਿਲਾਂ ਇਹ ਟਰਮ ਦਿੱਤੀ ਸੀਗੀ। ਫਿਰ ਅਸੀਂ ਥੋੜ੍ਹਾ ਜਿਹਾ ਦੇਖਿਆ ਸੀ ਟਾਈਪਸ ਆਫ ਈਕੋਸਿਸਟਮ ਕਿ ਈਕੋਸਿਸਟਮ ਜਿਹੜੀਆਂ ਕਈ ਟਾਈਪਸ ਦੀਆਂ ਹੁੰਦੀਆਂ ਆ, ਟੈਰੈਸਟਰੀਅਲ ਅਤੇ ਇਕੁਐਟਿਕ। ਇਸ ਤੋਂ ਇਲਾਵਾ ਆਰਟੀਫਿਸ਼ੀਅਲ ਮੈਨ ਮੇਡ, ਜਿੱਦਾਂ ਅਸੀਂ ਖੇਤ ਖੁਦ ਬਣਾਏ ਆ ਜਾਂ ਅਸੀਂ ਕਿਆਰੇ ਬਣਾ ਲਈਏ ਜਾਂ ਛੋਟੇ ਛੋਟੇ ਪੌਂਡਸ ਪੂਲਸ ਬਣਾ ਲਈਏ। ਕਈ ਵਾਰ ਆਪਾਂ ਫੋਰੈਸਟ ਵੀ ਡਿਵੈਲਪ ਕਰ ਲੈਂਦੇ ਹਾਂ, ਮਿਨੀ ਫੋਰੈਸਟ, ਉਹਨੂੰ ਅਸੀਂ ਕਹਿ ਦਿੰਦੇ ਹਾਂ ਮੈਨ ਮੇਡ ਈਕੋਸਿਸਟਮ। ਹੁਣ ਮੇਨ ਜਿਹੜਾ ਸਾਡਾ ਟੌਪਿਕ ਹੈਗਾ ਆ ਉਹ ਹੈ ਸਟਰਕਚਰ ਆਫ ਈਕੋਸਿਸਟਮ, ਜਿਹੜਾ ਵੈਰੀ ਇੰਪੋਰਟੈਂਟ ਆ, ਤੁਹਾਨੂੰ ਪੁੱਛਦੇ ਵੀ ਆ। ਮੈਂ ਪਹਿਲਾਂ ਵੀ ਗੱਲ ਕੀਤੀ ਲਿਵਿੰਗ ਔਰ ਨਾਨ ਲਿਵਿੰਗ ਫੈਕਟਰਸ, ਤਾਂ ਇਟ ਮੀਨਸ ਕੰਪੋਨੈਂਟਸ ਵੀ ਈਕੋਸਿਸਟਮ ਦੇ ਉਹੀ ਹੋਏ। ਲਿਵਿੰਗ ਕੰਪੋਨੈਂਟ ਨੂੰ ਕਹਿੰਦੇ ਆ ਬਾਇਓਟਿਕ ਕੰਪੋਨੈਂਟਸ, ਨਾਨ ਲਿਵਿੰਗ ਨੂੰ ਕਹਿੰਦੇ ਆ ਏਬਾਇਓਟਿਕ ਕੰਪੋਨੈਂਟ। ਸੋ ਈਕੋਸਿਸਟਮ ਇਜ਼ ਮੇਡ ਅਪ ਆਫ ਟੂ ਕੰਪੋਨੈਂਟਸ, ਲਿਵਿੰਗ ਅਤੇ ਨਾਨ ਲਿਵਿੰਗ, ਜਾਂ ਫਿਰ ਓਡਮ ਦੇ ਅਕੋਰਡਿੰਗ ਬਾਇਓਟਿਕ ਅਤੇ ਏਬਾਇਓਟਿਕ। ਹੁਣ ਬੇਟਾ ਬਾਇਓਟਿਕ ਕੰਪੋਨੈਂਟਸ ਜੇ ਲਿਵਿੰਗ ਆ ਤਾਂ ਮਤਲਬ ਨਾਮ ਤੋਂ ਹੀ ਕਲੀਅਰ ਆ ਕਿ ਇਹਦੇ ਵਿੱਚ ਤੁਹਾਡੇ ਪਲਾਂਟਸ ਆ ਜਾਣੇ ਆ, ਦੈਨ ਐਨੀਮਲਸ ਆ ਜਾਣੇ ਆ। ਸੋ ਪਲਾਂਟਸ ਕੀ ਆ? ਆਟੋਟ੍ਰੋਪਸ, ਕਿਉਂਕਿ ਉਹ ਆਪਣਾ ਫੂਡ ਆਪ ਬਣਾ ਲੈਂਦੇ ਆ ਅਤੇ ਬਦਲੇ 'ਚ ਇਹਨਾਂ ਨੂੰ ਕੌਣ ਖਾਂਦਾ ਆ? ਐਨੀਮਲਸ। ਸੋ ਐਨੀਮਲਸ ਕੀ ਹੋ ਗਏ? ਹੀਟਰੋਟ੍ਰੋਪਸ। ਜਿਹੜਾ ਆਰਗੈਨਿਜ਼ਮ ਖੁਦ ਫੂਡ ਬਣਾਉਂਦਾ ਆ ਅਤੇ ਉਹਦੇ 'ਤੇ ਕੋਈ ਹੋਰ ਆਰਗੈਨਿਜ਼ਮ ਡਿਪੈਂਡੈਂਟ ਹੁੰਦਾ ਆ, ਤਾਂ ਫਸਟ ਵਨ ਜਿਹੜਾ ਆ ਉਹ ਆਟੋਟ੍ਰੋਪਸ ਹੋਏਗਾ, ਕਿਉਂਕਿ ਉਹ ਆਪਣੀ ਐਨਰਜੀ ਆਪ ਹੀ ਪੂਰੀ ਕਰ ਲੈਂਦਾ ਆ ਅਤੇ ਬਦਲੇ 'ਚ ਸਾਨੂੰ ਵੀ ਐਨਰਜੀ ਦਿੰਦਾ ਆ। ਆਪਾਂ ਅਤੇ ਐਨੀਮਲ ਸਾਰੇ ਪਲਾਂਟਸ 'ਤੇ ਡਿਪੈਂਡੈਂਟ ਆ, ਸੋ ਅਸੀਂ ਹੋ ਗਏ ਹੀਟਰੋਟ੍ਰੋਪਸ। ਅਤੇ ਇਹਦੇ ਵਿੱਚ ਹੁਣ ਜਿਹੜੇ ਆਟੋਟ੍ਰੋਪਸ ਆ ਜਾਂ ਹੀਟਰੋਟ੍ਰੋਪਸ ਨੂੰ ਆਪਾਂ ਕੰਜ਼ਿਊਮਰਸ ਵੀ ਕਹਿ ਦਈਦਾ ਆ, ਕਾਰਨੀਵੋਰਸ ਵੀ ਕਹਿ ਦਈਦਾ ਆ, ਠੀਕ ਹੈ ਬੇਟਾ। ਔਰ ਹਰਬੀਵੋਰਸ ਵੀ ਹੀਟਰੋਟ੍ਰੋਪਸ 'ਚ ਹੀ ਆਉਂਦੇ ਆ। ਸੋ ਹੁਣ ਤੁਸੀਂ ਕਿਉਂਕਿ ਸੀਨੀਅਰ ਮੋਸਟ ਕਲਾਸ 'ਚ ਆ ਤਾਂ ਮੈਂ ਬਹੁਤ ਜ਼ਿਆਦਾ ਨਹੀਂ ਦੱਸਣਾ ਹੈਗਾ। ਆਟੋਟ੍ਰੋਪਿਕ ਪਲਾਂਟਸ ਜਿਨ੍ਹਾਂ ਦੇ ਵਿੱਚ ਫੋਟੋਸਿੰਥਸਿਸ ਹੁੰਦਾ ਆ। ਫੋਟੋਸਿੰਥਸਿਸ ਦੀ ਪਤਾ ਹੀ ਹੈ ਤੁਹਾਨੂੰ ਕਿ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਮਿਲ ਕੇ ਗਲੂਕੋਜ਼ ਬਣਾਉਂਦੇ ਆ ਅਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਆ। ਇਹ ਫੋਟੋਸਿੰਥਸਿਸ ਪ੍ਰੋਸੈਸ ਹੈ ਜਿਹੜੇ ਕਿ ਪਲਾਂਟਸ ਦੇ ਵਿੱਚ, ਕਿਉਂਕਿ ਕਲੋਰੋਫਿਲ ਹੁੰਦੀ ਆ, ਕਲੋਰੋਫਿਲ ਕਰਕੇ ਹੀ ਇਹਨਾਂ ਦਾ ਕਲਰ ਗ੍ਰੀਨ ਹੁੰਦਾ ਆ ਅਤੇ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਆਪਣਾ ਫੂਡ ਆਪ ਪ੍ਰਿਪੇਅਰ ਕਰਦੇ ਆ। ਇਸ ਕਰਕੇ ਆਪਾਂ ਇਹਨਾਂ ਨੂੰ ਆਟੋਟ੍ਰੋਪਿਕ ਕਹਿੰਦੇ ਆ। ਇੰਪੋਰਟੈਂਸ ਤੁਹਾਨੂੰ ਪਲਾਂਟਸ ਦੀ, ਪਲਾਂਟਸ ਆਰ ਪ੍ਰੋਡਿਊਸਰਸ, ਤਾਂ ਇੰਪੋਰਟੈਂਸ ਤੁਹਾਨੂੰ ਪਤਾ ਹੀ ਆ ਕਿ ਜੇ ਪਲਾਂਟਸ ਨਾ ਹੁੰਦੇ ਤਾਂ ਸਾਡੀ ਲਾਈਫ ਵੀ ਮੁਸ਼ਕਿਲ ਹੋ ਜਾਣੀ ਸੀ। ਅਸੀਂ ਵੀ ਜਾਂ ਫਿਰ ਸ਼ੁਰੂ ਤੋਂ ਹੀ ਅਗਰ ਮਤਲਬ ਔਰੀਜਨ ਹੀ ਇੱਦਾਂ ਦਾ ਹੋਣਾ ਸੀ ਕਿ ਅਸੀਂ ਪਲਾਂਟਸ 'ਤੇ ਨਾ ਡਿਪੈਂਡੈਂਟ ਹੁੰਦੇ। ਪਲਾਂਟਸ ਆਕਸੀਜਨ ਬੈਲੈਂਸ ਨੂੰ ਮੇਨਟੇਨ ਕਰਦੇ ਆ, ਸੋ ਯੂ ਨੋ ਦਾ ਇੰਪੋਰਟੈਂਸ ਆਫ ਪਲਾਂਟਸ। ਫਿਰ ਆਉਂਦੀ ਹੈ ਗੱਲ ਹੀਟਰੋਟ੍ਰੋਪਸ ਜਿਹੜੇ ਆ, ਆਪਾਂ ਵੀ ਹੀਟਰੋਟ੍ਰੋਪਸ ਆ, ਪਲਾਂਟਸ 'ਤੇ ਡਿਪੈਂਡੈਂਟ ਹੁੰਦੇ ਆ ਫॉर ਫੂਡ। ਅਤੇ ਅਸੀਂ ਜਿਹੜੇ ਆ ਕੰਜ਼ਿਊਮਰਸ ਵੀ ਕਹਿੰਦੇ ਆ ਹੀਟਰੋਟ੍ਰੋਪਸ ਨੂੰ। ਅਤੇ ਇਹ ਮੇਨਲੀ ਦੋ ਤਰ੍ਹਾਂ ਦੇ ਆ, ਮਾਈਕਰੋ ਐਂਡ ਮੈਕਰੋ। ਤਾਂ ਮਾਈਕਰੋ ਹੀ ਨਾਮ ਤੋਂ ਹੀ ਕਲੀਅਰ ਹੈ, ਬੈਕਟੀਰੀਆ ਵਗੈਰਾ ਡੀਕੰਪੋਜ਼ਰਸ ਜਿਹੜੇ ਆ ਉਹ ਹੋ ਗਏ ਮਾਈਕਰੋ ਕੰਜ਼ਿਊਮਰਸ। ਅਤੇ ਜਿਹੜੇ ਲਾਰਜਰ ਐਨੀਮਲਸ ਆ ਜਿਵੇਂ ਹਰਬੀਵੋਰਸ ਹੋ ਗਏ, ਕਾਰਨੀਵੋਰਸ ਹੋ ਗਏ, ਟੌਪ ਕਾਰਨੀਵੋਰਸ ਹੋ ਗਏ, ਫਿਰ ਹੋਰ ਟੌਪ ਜਿਵੇਂ ਲਾਇਨ ਹੋ ਗਿਆ, ਟਾਈਗਰ ਹੋ ਗਿਆ, ਇਹ ਅਟਮੋਸਟ ਟੌਪ ਕਾਰਨੀਵੋਰਸ ਆ। ਤਾਂ ਅਸੀਂ ਸਾਰੇ ਜਾਂ ਇਹ ਕੰਜ਼ਿਊਮਰ ਸਾਰੇ ਵੱਡੇ ਐਨੀਮਲ ਸਾਰੇ ਮੈਕਰੋ ਕੰਜ਼ਿਊਮਰਸ ਜਾਂਦੇ ਆ। ਹੁਣ ਇਹਨਾਂ ਨੂੰ ਕਈ ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ ਹੈ, 4 ਕੈਟਾਗਰੀਜ਼। ਫਸਟ ਹੈਗਾ ਪ੍ਰਾਇਮਰੀ ਕੰਜ਼ਿਊਮਰ, ਇਹਨਾਂ ਨੂੰ ਫਸਟ ਆਰਡਰ ਕੰਜ਼ਿਊਮਰ ਵੀ ਕਹਿੰਦੇ। ਇਹ ਤੁਸੀਂ ਇੱਦਾਂ ਹੀ ਯਾਦ ਰੱਖਣਾ ਹੈ।
ਇਹਨਾਂ ਵਿੱਚ ਹਰਬੀਵੋਰਸ ਆਉਂਦੇ ਆ। ਹਰਬੀਵੋਰਸ ਸਭ ਤੋਂ ਛੋਟੇ ਐਨੀਮਲਸ ਆ, ਗ੍ਰਾਸ ਹੌਪਰ ਵਗੈਰਾ ਹੋ ਗਏ, ਡੀਅਰ, ਰੈਬਿਟ, ਕੈਟਲ, ਗ੍ਰਾਸ ਹੌਪਰ, ਜਿਹੜੇ ਕਿ ਪਲਾਂਟਸ ਨੂੰ ਡਾਇਰੈਕਟਲੀ ਖਾਂਦੇ ਆ, ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਹਰਬੀਵੋਰਸ। ਫਿਰ ਬੇਟੇ ਨੈਕਸਟ ਜਿਹੜੇ ਹੈਗੇ ਆ ਉਹ ਹੁੰਦੇ ਆ ਸੈਕੰਡਰੀ ਕੰਜ਼ਿਊਮਰਸ ਜਾਂ ਫਿਰ ਸੈਕੰਡ ਆਰਡਰ ਕੰਜ਼ਿਊਮਰਸ, ਜਿਹੜੇ ਕਿ ਹਰਬੀਵੋਰਸ ਨੂੰ ਖਾਂਦੇ ਆ, ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਪ੍ਰਾਇਮਰੀ ਕਾਰਨੀਵੋਰਸ। ਉਸ ਤੋਂ ਇਲਾਵਾ ਆ ਗਏ ਜਿਵੇਂ ਹੁਣ ਫਰੋਗ ਅਗਰ ਗ੍ਰਾਸ ਹੌਪਰ ਨੂੰ ਖਾਂਦਾ ਆ, ਬਰਡਸ ਜਿਹੜੇ ਆ ਉਹ ਜੇ ਛੋਟੇ ਛੋਟੇ ਜਿਹੜੇ ਆ ਮਿਲੀਪੇਡ, ਸੈਂਟਰੀਪੇਡ, ਸੁੰਡੀਆਂ ਨੂੰ ਖਾਂਦੇ ਆ। ਸੋ ਇਹ ਹੋ ਗਏ ਸੈਕੰਡ ਕੰਜ਼ਿਊਮਰਸ। ਫਿਰ ਟਰਸ਼ਰੀ ਕੰਜ਼ਿਊਮਰਸ, ਟਰਸ਼ਰੀ ਥਰਡ ਆਰਡਰ ਦੇ ਕੰਜ਼ਿਊਮਰਸ ਆ, ਜਾਂ ਇਹਨਾਂ ਨੂੰ ਸੈਕੰਡਰੀ ਕਾਰਨੀਵੋਰਸ ਵੀ ਕਹਿੰਦੇ ਆ। ਬੇਟਾ ਕਨਫਿਊਜ਼ ਨਹੀਂ ਹੋਣਾ, ਟਰਸ਼ਰੀ ਕੰਜ਼ਿਊਮਰਸ ਜਾਂ ਫਿਰ ਸੈਕੰਡਰੀ ਕਾਰਨੀਵੋਰਸ ਮਤਲਬ ਥੋੜ੍ਹੇ ਜਿਹੇ ਵੱਡੇ ਹਾਇਰ ਐਨੀਮਲਸ ਜਿਹੜੇ ਛੋਟੇ ਐਨੀਮਲਸ ਨੂੰ ਖਾਂਦੇ ਆ, ਤਾਂ ਵਿਚ ਫੀਡ ਅਪੋਨ ਸੈਕੰਡਰੀ ਕੰਜ਼ਿਊਮਰਸ ਜਾਂ ਪ੍ਰਾਇਮਰੀ ਕਾਰਨੀਵੋਰਸ, ਜਿੱਦਾਂ ਵੋਲਫ ਈਟਿੰਗ ਅਪੋਨ ਫੌਕਸ, ਹੈ ਨਾ। ਫਿਰ ਲਾਸਟ ਜਿਹੜੇ ਹੈਗੇ ਆ ਕੁਆਟਰਨਰੀ ਕੰਜ਼ਿਊਮਰਸ ਔਰ ਕੰਜ਼ਿਊਮਰਸ ਆਫ ਫੋਰਥ ਆਰਡਰ, ਇਹਨਾਂ ਨੂੰ ਟਰਸ਼ਰੀ ਕਾਰਨੀਵੋਰਸ ਇਹਨਾਂ 'ਚ ਆ ਜਾਂਦੇ ਆ। ਜਿਹੜੇ ਟਰਸ਼ਰੀ ਕੰਜ਼ਿਊਮਰਸ ਸੈਕੰਡਰੀ ਕਾਰਨੀਵੋਰਸ ਨੂੰ ਖਾਂਦੇ ਆ, ਸਭ ਤੋਂ ਹਾਇਰ ਐਨੀਮਲਸ, ਫੋਰ ਐਗਜ਼ਾਮਪਲ ਲਾਇਨ, ਟਾਈਗਰ, ਜਿਹੜੇ ਕਿ ਇਹਨਾਂ ਨੂੰ ਹੋਰ ਕੋਈ ਐਨੀਮਲਸ ਨਹੀਂ ਖਾਂਦੇ। ਸਭ ਫੂਡ ਚੇਨ ਦੇ ਵਿੱਚ ਸਭ ਤੋਂ ਉੱਪਰ ਰਹਿੰਦੇ ਆ ਕਿ ਜਿਨ੍ਹਾਂ ਨੂੰ ਆਪ ਨੂੰ ਕੋਈ ਨਹੀਂ ਖਾਂਦਾ ਪਰ ਇਹ ਸਾਰਿਆਂ ਨੂੰ ਖਾ ਲੈਂਦੇ ਆ। ਦੈਟਸ ਵਾਈ ਦੇ ਆਰ ਨੋਨ ਐਜ਼ ਕੁਆਟਰਨਰੀ ਕੰਜ਼ਿਊਮਰਸ ਜਾਂ ਫਿਰ ਫੋਰਥ ਆਰਡਰ ਦੇ ਕੰਜ਼ਿਊਮਰਸ। ਬਟ ਇਹ ਨਾਮ ਸਾਰੇ ਨਾ ਤੁਹਾਨੂੰ 1 ਮਾਰਕ 'ਚ ਪੁੱਛ ਸਕਦੇ ਆ, ਅਤੇ ਤੁਸੀਂ ਨਾਮ ਜ਼ਰੂਰ ਯਾਦ ਰੱਖ ਲੈਣੇ ਆ। ਫਿਰ ਹੈਗੇ ਆ, ਪਹਿਲਾਂ ਹੀ ਮੈਂ ਗੱਲ ਕੀਤੀ ਕਿ ਮਾਈਕਰੋ ਕੰਜ਼ਿਊਮਰਸ ਆ, ਇਹਨਾਂ ਨੂੰ ਡੀਕੰਪੋਜ਼ਰਸ ਜਾਂ ਸੈਪਰੋਟ੍ਰੋਪਸ ਵੀ ਕਹਿੰਦੇ ਆ। ਸੈਪਰੋ ਮਤਲਬ ਜਿਹੜੇ ਗਲੀ ਸੜੀ ਸਬਜ਼ੀਆਂ ਜਾਂ ਫਿਰ ਸਮਾਨ 'ਤੇ ਫੀਡ ਕਰਦੇ ਆ। ਬੈਕਟੀਰੀਆ ਦਾ ਤੁਹਾਨੂੰ ਪਤਾ ਹੀ ਆ, ਪੱਤੀਆਂ ਥੱਲੇ ਗਿਰੀਆਂ ਹੁੰਦੀਆਂ ਆ ਅਤੇ ਹਲਕਾ ਜਿਹਾ ਜਦੋਂ ਉਹਨਾਂ ਨੂੰ ਮੋਇਸਟ ਮਿਲਦਾ ਹੈ ਤਾਂ ਬੈਕਟੀਰੀਆ ਉਹਨਾਂ ਨੂੰ ਡੀਕੰਪੋਜ਼ ਕਰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਡੀਕੰਪੋਜ਼ਰਸ। ਇਹਦੇ ਵਿੱਚ ਬੈਕਟੀਰੀਆ, ਫੰਜਾਈ ਆਉਂਦੇ ਆ, ਔਰ ਬੈਕਟੀਰੀਆ ਵੀ ਇੰਪੋਰਟੈਂਟ ਆ ਕਿਉਂਕਿ ਜਿੰਨਾ ਵੀ ਨਿਊਟ੍ਰੀਐਂਟ ਸਾਈਕਲਿੰਗ, ਜਿਹੜਾ ਅਸੀਂ ਥੋੜ੍ਹਾ ਜਿਹਾ ਅੱਗੇ ਪੜ੍ਹਨਾ ਆ ਜਾ ਕੇ ਬਾਇਓਜੀਓਕੈਮੀਕਲ ਸਾਈਕਲ, ਅਗਰ ਡੀਕੰਪੋਜ਼ਰਸ ਨਾ ਹੁੰਦੇ ਤਾਂ ਕਦੇ ਵੀ ਜਿਹੜੇ ਬਾਇਓਜੀਓਕੈਮੀਕਲ ਸਾਈਕਲ, ਕਾਰਬਨ ਸਾਈਕਲ, ਨਾਈਟ੍ਰੋਜਨ ਸਾਈਕਲ ਜਾਂ ਫਿਰ ਸੋਇਲ ਦਾ ਜਿਹੜਾ ਇਕੋਲੋਜੀਕਲ ਬੈਲੈਂਸ ਆ, ਇਹ ਕਦੇ ਵੀ ਮੇਨਟੇਨ ਨਹੀਂ ਰਹਿਣਾ ਸੀਗਾ। ਸੋ ਡੀਕੰਪੋਜ਼ਰਸ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਤੁਸੀਂ ਇੱਦਾਂ ਹੀ ਯਾਦ ਕਰਨਾ ਹੈ ਕਿ ਕਿਹੜੇ ਕਿਹੜੇ ਕੰਜ਼ਿਊਮਰਸ ਦੇ ਕੋਈ ਐਗਜ਼ਾਮਪਲ ਆ ਜਾਂ ਫਿਰ ਕਿਹੜੇ ਕਿਹੜੇ ਇਹ ਮਾਈਕਰੋ ਮੈਕਰੋ ਕੰਜ਼ਿਊਮਰਸ ਕੀ ਆ, ਇਹ ਇੰਪੋਰਟੈਂਟ ਆ, 1 ਮਾਰਕ ਦੇ ਵਿੱਚ ਪੁੱਛ ਲੈਂਦੇ ਆ। ਹੁਣ ਇਹ ਜਿਹੜੇ ਕਿਉਂ ਇਹਨਾਂ ਦੀ ਲੋੜ ਪਈ, ਈਕੋਸਿਸਟਮ ਬਣ ਗਿਆ ਸੀਗਾ ਤਾਂ ਫਿਰ ਕੰਜ਼ਿਊਮਰਸ, ਹਰਬੀਵੋਰਸ ਜਾਂ ਫਿਰ ਆਟੋਟ੍ਰੋਪਸ ਦੀ ਕਿਉਂ ਜ਼ਰੂਰਤ ਪਈ। ਅਗਰ ਈਕੋਸਿਸਟਮ ਦੇ ਮੇਨਟੇਨੈਂਸ ਲਈ ਜਾਂ ਫਿਰ ਪ੍ਰੋਪਰ ਵਰਕਿੰਗ ਐਂਡ ਫੰਕਸ਼ਨਿੰਗ ਆਫ ਦਾ ਈਕੋਸਿਸਟਮ, ਇਹ ਸਾਰਿਆਂ ਦਾ ਹੋਣਾ ਜ਼ਰੂਰੀ ਹੈ। ਨਹੀਂ ਤਾਂ ਫਿਰ ਕੀ ਹੋਣਾ ਸੀ, ਇੱਕ ਪਾਪੂਲੇਸ਼ਨ, ਫੂਡ ਚੇਨ, ਫੂਡ ਵੈਬ ਤੁਸੀਂ ਥੋੜ੍ਹਾ ਜਿਹਾ ਦੇਖਿਆ ਹੀ ਆ ਕਿ ਜੇ ਇਹ ਸਾਰੇ ਨਾ ਹੁੰਦੇ ਇੱਕ ਦੂਸਰੇ ਨੂੰ ਖਾਣ ਵਾਲੇ, ਜਾਂ ਇਹਨਾਂ 'ਚ ਮਰਾਉਣ ਦਾ ਪ੍ਰੋਸੈਸ ਨਾ ਹੁੰਦਾ ਸਾਡੇ ਵਿੱਚ, ਤਾਂ ਇੱਕ ਆਰਗੈਨਿਜ਼ਮ ਦੀ ਪਾਪੂਲੇਸ਼ਨ ਨੇ ਸਰਵਾਈਵ ਕਰਨਾ ਸੀ, ਬਾਕੀ ਹੋਣੇ ਨਹੀਂ ਸੀਗੇ। ਇਸ ਕਰਕੇ ਇਹ ਸਪੋਜ਼ ਡਾਇਨਾਸੌਰ ਆ ਤਾਂ ਹੁਣ ਤੱਕ ਡਾਇਨਾਸੌਰ ਹੀ ਦਿਖਣੇ ਸੀਗੇ, ਬਾਕੀ ਤਾਂ ਕੋਈ ਦਿਖਣੇ ਨਹੀਂ ਸੀਗੇ। ਤਾਂ ਫੋਰ ਡਾਇਵਰਸਿਟੀ ਲਈ ਇਹ ਜਿਹੜੇ ਕੰਪੋਨੈਂਟਸ ਆਫ ਈਕੋਸਿਸਟਮ ਜਿਹੜੇ ਆ ਜ਼ਰੂਰੀ ਆ, ਇਹਨਾਂ ਨੂੰ ਪੜ੍ਹਨਾ ਵੀ ਇਸੇ ਕਰਕੇ ਜ਼ਰੂਰੀ ਆ। ਫਿਰ ਜਿਹੜੀ ਸੈਕਿੰਡ ਟਾਈਪ ਆ ਸਾਡੀ ਬੇਟਾ ਏਬਾਇਓਟਿਕ ਕੰਪੋਨੈਂਟਸ। ਏਬਾਇਓਟਿਕ ਮੈਂ ਪਹਿਲਾਂ ਵੀ ਨਾਮ ਦੱਸਿਆ ਕਿ ਨੋਨ ਲਿਵਿੰਗ ਫੈਕਟਰਸ ਜਿਹੜੇ ਈਕੋਸਿਸਟਮ 'ਚ ਰੋਲ ਪਲੇ ਕਰਦੇ ਆ, ਜਿਹੜੇ ਕੰਜ਼ਿਊਮਰਸ, ਹਰਬੀਵੋਰਸ, ਟੌਪ ਕਾਰਨੀਵੋਰਸ, ਆਟੋਟ੍ਰੋਪਸ, ਇਹਨਾਂ ਲਈ ਵੀ ਜ਼ਰੂਰੀ ਆ। ਹੁਣ ਨੋਨ ਲਿਵਿੰਗ ਫੈਕਟਰਸ ਕਿਹੜੇ ਕਿਹੜੇ ਹੋਏ ਤੁਹਾਨੂੰ ਪਤਾ ਹੀ ਆ
ਕਲਾਈਮੈਟਿਕ ਫੈਕਟਰਸ ਹੋ ਗਏ, ਇਹਦੇ ਵਿੱਚ ਆਪਾਂ ਸੈਕਿੰਡ ਚੈਪਟਰ 'ਚ ਆਈ ਥਿੰਕ ਪੜ੍ਹਨਾ ਹੈ ਲਾਈਟ, ਟੈਂਪਰੇਚਰ, ਮੋਇਸਚਰ, ਹਿਊਮਿਡਿਟੀ, ਰੇਨਫਾਲ। ਅਗਰ ਇਹ ਫੈਕਟਰਸ ਨਾ ਹੁੰਦੇ ਤਾਂ ਪਲਾਂਟਸ ਨੇ ਪ੍ਰੋਪਰ ਗਰੋ ਨਹੀਂ ਕਰਨਾ ਸੀ। ਅਗਰ ਪਲਾਂਟਸ ਨਾ ਗਰੋ ਕਰਦੇ ਤਾਂ ਐਨੀਮਲਸ, ਕਿਉਂਕਿ ਪਲਾਂਟਸ 'ਤੇ ਡਿਪੈਂਡੈਂਟ ਆ, ਤਾਂ ਫਿਰ ਐਨੀਮਲਸ ਦੀ ਪ੍ਰੋਪਰ ਫੰਕਸ਼ਨਿੰਗ ਨਹੀਂ ਹੋਣੀ ਸੀਗੀ। ਇਸ ਕਰਕੇ ਇਹ ਕਿਉਂਕਿ ਵੀ ਆਲ ਆਰ ਡਿਪੈਂਡੈਂਟ ਔਨ ਵਨ ਅਨਦਰ, ਸਾਡੀ ਸਾਰਿਆਂ ਦੀ ਇੰਟਰੈਕਸ਼ਨ ਹੁੰਦੀ ਹੈ ਇੱਕ ਦੂਸਰੇ ਨਾਲ, ਸਾਰੇ ਆਪਾਂ ਕੋ ਰਿਲੇਟਡ ਆ ਇੱਕ ਦੂਸਰੇ 'ਤੇ, ਡਿਪੈਂਡੈਂਟ ਹੈ ਇੱਕ ਦੂਸਰੇ 'ਤੇ, ਤਾਂ ਕਰਕੇ ਇਹ ਫੈਕਟਰਸ ਵੀ ਆਪਣੇ ਆਪਣੇ ਜਗ੍ਹਾ 'ਤੇ ਰੋਲ ਪਲੇ ਕਰਦੇ ਇੰਪੋਰਟੈਂਟ। ਐਡੇਫਿਕ ਫੈਕਟਰ ਸੋਇਲ ਨਾਲ ਰਿਲੇਟਡ ਆ, ਸੋਇਲ ਨਾ ਹੋਵੇ ਤਾਂ ਫਿਰ ਪਲਾਂਟਸ ਨਹੀਂ ਗਰੋ ਕਰਨੇ ਹੈ, ਜਿਹੜੇ ਬੈਕਟੀਰੀਆ ਵਗੈਰਾ ਆ ਜਾਂ ਲੋਅਰ ਐਨੀਮਲਸ ਆ, ਲੋਅਰ ਜਿਹੜੇ ਬਹੁਤ ਛੋਟੇ ਪਲਾਂਟਸ ਐਨੀਮਲਸ ਆ, ਉਹਨਾਂ ਨੇ ਨਹੀਂ ਸਰਵਾਈਵ ਕਰਨਾ ਸੀਗਾ। ਠੀਕ ਹੈ, ਅਤੇ ਇਹ ਸਾਰੇ ਜਿਹੜੇ ਫੈਕਟਰਸ ਆ ਇਸ ਚੈਪਟਰ 'ਚ ਤਾਂ ਚਲੋ ਅਸੀਂ ਸਿਰਫ ਨਾਮ ਪੜ੍ਹਨੇ ਆ, ਬਟ ਇਹਨਾਂ 'ਤੇ ਮੈਂ ਪਹਿਲਾਂ ਵੀ ਕਿਹਾ ਕਿ ਇਕੋਲੋਜੀ ਦੇ ਹਰ ਚੈਪਟਰ ਆਪਸ 'ਚ ਇੰਟਰ ਰਿਲੇਟਡ ਆ, ਅਤੇ ਸੈਕਿੰਡ ਚੈਪਟਰ 'ਚ ਅਸੀਂ ਆਹੀ ਫੈਕਟਰਸ ਕਲਾਈਮੈਟਿਕ, ਥਰਡ ਚੈਪਟਰ 'ਚ ਐਡੇਫਿਕ ਫੈਕਟਰਸ ਡਿਟੇਲ 'ਚ ਪੜ੍ਹਨੇ ਆ, ਪੜ੍ਹਨਾ ਆਹੀ ਕੁਛ ਹੈ ਬਸ ਬਾਰ। ਸੋ ਕੀਪ ਰਿਵਾਈਜ਼ਿੰਗ। ਗੁੱਡ ਬਾਏ। ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਲਿਓ। ਟੇਕ केयर बेटा ऑफ योर हेल्थ। गुड बाय।